ਹਸਤ ਖੇਲਤ ਤੇਰੇ ਦਿਹੁਰੇ ਆਇਆ। ਅਗਲਾ ਵਿਅੰਗ। ਲੰਮੀ ਜੇਲ੍ਹ ਯਾਤਰਾ ਤੋਂ ਬਾਅਦ ਮੈਂ ਆਪਣੀ ਸਰਕਾਰੀ ਨੌਕਰੀ 'ਤੇ ਹਾਜ਼ਰ ਹੋ ਗਿਆ। ਸੰਨ 1980 ਤੋਂ ਅਸੀਂ ਰਲ ਮਿਲ ਕੇ ਬਠਿੰਡੇ ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਦੀ ਅਗਵਾਈ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਆ ਰਹੇ ਸਾਂ। ਜਿੱਥੇ ਇਕੱਠ ਹੋਣਾ, ਗੁਰਪੁਰਬ ਹੋਣਾ, ਉੱਥੇ ਧਾਰਮਿਕ ਕਿਤਾਬਾਂ ਦਾ ਸਟਾਲ ਲਾ ਲੈਣਾ। ਅਗਰ ਪ੍ਰਬੰਧਕ ਸਹਿਮਤੀ ਦੇਣ ਤਾਂ ਗੁਰਦੁਆਰੇ ਕਥਾ ਕਰਨੀ। ਬਠਿੰਡੇ ਦੇ ਵੱਡੇ ਗੁਰਦੁਆਰੇ ਕਿਲ੍ਹੇ ਦੇ ਨੇੜੇ ਸਿੰਘ ਸਭਾ ਵਿੱਚ ਮੈਂ ਲੰਮਾ ਸਮਾਂ ਕਥਾ ਕਰਦਾ ਰਿਹਾ। ਬਠਿੰਡੇ ਸ਼ਹਿਰ ਵਿੱਚ ਕੋਈ ਸਿੱਖ ਸਾਧ ਸੰਤ ਆ ਜਾਂਦਾ, ਅਸੀਂ ਉਸ ਨੂੰ ਖੂਬ ਸਵਾਲ ਜਵਾਬ ਕਰਦੇ। ਚੰਗੀ ਖੁੰਬ ਠੱਪ ਕੇ ਸਾਧਾਂ ਦੀ ਅਸੀਂ ਵਾਪਸ ਭੇਜਦੇ। ਐਤਵਾਰ ਨੂੰ ਜਾਂ ਬੁੱਧਵਾਰ ਨੂੰ ਸਿੱਖ ਭਾਈਆਂ ਦੇ ਘਰਾਂ ਵਿੱਚ ਕੀਰਤਨ ਕਰਦੇ, ਨਾਲ ਕਥਾ ਹੁੰਦੀ। ਇਉਂ ਕੰਮ ਕਰਦਿਆਂ ਸਿੱਖਾਂ ਵਿੱਚ ਬਠਿੰਡਾ ਵਿਖੇ ਕਾਫੀ ਜਾਣ ਪਛਾਣ ਬਣ ਗਈ। ਮੇਰੇ ਸਾਥੀ ਮੁਲਾਜ਼ਮਾਂ ਨੂੰ ਅਤੇ ਅਫਸਰਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇਹ ਕਥਾ ਕਰਦਾ ਹੈ, ਧਾਰਮਿਕ ਕਿਤਾਬਾਂ ਦੀਆਂ ਸਟਾਲਾਂ ਲਾਉਂਦਾ ਹੈ। ਹੁਣ ਜਦੋਂ 2 ਸਾਲ ਪਿੱਛੋਂ ਦਫ਼ਤਰ ਵਿੱਚ ਹਾਜ਼ਰ ਹੋਇਆ ਤਾਂ ਸਾਰੇ ਬਹੁਤ ਹੀ ਪਿਆਰ ਸਤਿਕਾਰ ਨਾਲ ਮਿਲੇ, ਦੁੱਖ ਸੁੱਖ ਸਾਂਝਾ ਕੀਤਾ। ਕਿਸੇ ਕਾਰਨ ਸਾਡਾ ਐਕਸੀਅਨ ਸਰਦਾਰ ਮਹਿਤਾਬ ਸਿੰਘ ਦਫ਼ਤਰ ਨਾ ਆ ਸਕਿਆ। ਇਹ ਬਹੁਤ ਨੇਕ ਅਫਸਰ ਹੈ ਅਤੇ ਜਿਹਨੇ ਕਿ ਮੇਰੀ ਔਖੇ ਸਮੇਂ ਦੇ ਵਿੱਚ ਬੇਅੰਤ ਤਰੀਕਿਆਂ ਨਾਲ ਮਦਦ ਕੀਤੀ। ਜ਼ਰੂਰੀ ਫਾਈਲਾਂ ਉਸ ਅਫਸਰ ਨੇ ਕਿਸੇ ਖਾਸ ਕਾਰਨ ਕਰਕੇ ਆਪਣੇ ਘਰ ਮੰਗਵਾ ਲਈਆਂ। ਅਸੀਂ ਸਾਰਾ ਸਟਾਫ ਇੱਕ ਥਾਂ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਪਏ। ਇੰਨੇ ਵਿੱਚ ਇੱਕ ਭਰਾ ਨੇ ਮੈਨੂੰ ਸਵਾਲ ਕੀਤਾ, ਵੀਰ ਇੰਦਰ ਸਿੰਘ, ਬਹੁਤ ਲੰਮੇ ਅਰਸੇ ਤੋਂ ਤੁਸੀਂ ਸਿੱਖਾਂ ਦੀ ਭਾਰਤ ਸਰਕਾਰ ਵਿਰੁੱਧ ਲੜਾਈ ਵਿੱਚ ਸ਼ਾਮਲ ਰਹੇ ਹੋ, ਕਿਤਾਬਾਂ ਪੜ੍ਹਦੇ ਹੋ, ਸਟੇਜਾਂ 'ਤੇ ਬੋਲਦੇ ਹੋ, ਕਾਫੀ ਅਰਸਾ ਜੇਲ੍ਹ ਵਿੱਚ ਵੀ ਰਹੇ ਹੋ। ਅਸੀਂ ਸਧਾਰਨ ਕਿਰਤੀ ਲੋਕ ਹਾਂ, ਸਾਨੂੰ ਨਹੀਂ ਪਤਾ ਕਿ ਕੌਣ ਠੀਕ ਹੈ ਅਤੇ ਕੌਣ ਗਲਤ ਹੈ। ਭਾਈ ਜਰਨੈਲ ਸਿੰਘ ਦੀ ਚੜ੍ਹਤ ਵੇਖੀ, ਦਰਬਾਰ ਸਾਹਿਬ 'ਤੇ ਫੌਜੀ ਹਮਲਾ ਵੇਖਿਆ। ਅਖਬਾਰਾਂ ਦਾ ਆਪੋ ਆਪਣਾ ਅਲੱਗ ਨਜ਼ਰੀਆ ਹੈ। ਸਾਡੇ ਵਰਗੇ ਆਮ ਬੰਦੇ ਠੀਕ ਅਤੇ ਗਲਤ ਦੀ ਪਛਾਣ ਵੀ ਨਹੀਂ ਕਰ ਸਕਦੇ। ਜੋ ਖੂਨੀ ਕਾਂਡ ਵਾਪਰਿਆ, ਅਸੀਂ ਇਸ ਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ। ਭਾਈ ਜਰਨੈਲ ਸਿੰਘ ਨੇ ਹਥਿਆਰਬੰਦ ਜੰਗ ਛੇੜ ਦਿੱਤੀ। ਸਰਕਾਰ ਨੇ ਉਸ ਦੇ ਮੁਕਾਬਲੇ ਫੌਜ ਚਾੜ੍ਹ ਦਿੱਤੀ। ਜਰਨੈਲ ਸਿੰਘ ਬਾਰੇ ਦੱਸੋ ਕਿ ਉਹ ਠੀਕ ਸੀ ਜਾਂ ਗਲਤ ਸੀ। ਉਸ ਹਾਲਾਤ ਵਿੱਚ ਮੈਂ ਜੋ ਮਹਿਸੂਸ ਕੀਤਾ ਉਸ ਦਾ ਸੰਖੇਪ ਸਾਰ ਕੁਝ ਮੈਂ ਇਸ ਤਰ੍ਹਾਂ ਬਿਆਨ ਕੀਤਾ, ਪਰ ਇਹ ਧਿਆਨ ਰਵੇ ਉਦੋਂ ਇੰਨੀ ਗੱਲ ਕਹਿਣੀ ਵੀ ਬਹੁਤ ਔਖੀ ਸੀ ਅਤੇ ਹੁਣ ਤਾਂ ਬਹੁਤ ਕੁਝ ਸੱਚ ਸਾਹਮਣੇ ਆ ਚੁੱਕਿਆ ਜਿਹੜਾ ਕਿ ਉਸ ਸਮੇਂ 'ਤੇ ਲੋਕਾਂ ਨੂੰ ਪਤਾ ਨਹੀਂ ਸੀ। ਮੇਰੇ ਸਤਿਕਾਰਯੋਗ ਵੀਰੋ, ਸਾਡੇ ਦਫ਼ਤਰ ਵਿੱਚ ਇੱਥੇ ਕੋਈ ਭੈਣ ਨਹੀਂ ਸੀ, ਇਸ ਕਰਕੇ ਮੈਂ ਵੀਰੋ ਸ਼ਬਦ ਹੀ ਵਰਤਿਆ ਸੀ। ਸਰਕਾਰੀ ਮਹਿਕਮਿਆਂ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ। ਹਰ ਇੱਕ ਵਿਭਾਗ ਕਰੀਬ ਫੇਲ ਹੋ ਚੁੱਕਿਆ ਹੈ। ਲੋਕਾਂ ਨੂੰ ਜੀਵਨ ਦੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ। ਅਫਸਰ ਤੇ ਮੰਤਰੀ ਆਪਣੀਆਂ ਤਿਜੋਰੀਆਂ ਭਰ ਰਹੇ ਹਨ। ਭਾਰਤ ਦੇ ਲਗਭਗ ਸਾਰੇ ਸੂਬਿਆਂ ਵਿੱਚ ਆਪਣੇ ਹੱਕਾਂ ਵਾਸਤੇ ਲੋਕ ਲੜ ਰਹੇ ਨੇ, ਮਰ ਰਹੇ ਨੇ। ਸਰਕਾਰ ਗੋਲੀਆਂ ਨਾਲ ਭੁੰਨ ਰਹੀ ਹੈ। ਦੁਨੀਆ ਵਿਕਾਸ ਕਰ ਰਹੀ ਹੈ, ਭਾਰਤ ਸਰਕਾਰ ਵਿਨਾਸ਼ ਯਾਨੀ ਕਿ ਖਾਤਮਾ ਕਰ ਰਹੀ ਹੈ। ਪੰਜਾਬ ਦੀਆਂ ਜਾਇਜ਼ ਮੰਗਾਂ ਵਾਸਤੇ 1947 ਤੋਂ ਹੀ ਲੋਕ ਰੋਹ ਵੱਧਦਾ ਹੋਇਆ ਇੱਥੇ ਤੱਕ ਅੱਪੜ ਗਿਆ ਹੈ। ਮੈਂ ਇੱਕ ਸਰਕਾਰੀ ਡਰਾਈਵਰ ਦੇ ਤੌਰ 'ਤੇ 15 ਸਾਲ ਤੋਂ ਨੌਕਰੀ ਕਰਦਾ ਆ ਰਿਹਾ ਹਾਂ। ਸਰਕਾਰੀ ਅਦਾਰਿਆਂ ਵਿੱਚ ਬੱਸਾਂ ਹਨ, ਟਰੱਕ ਹਨ, ਕਾਰਾਂ ਹਨ ਅਤੇ ਜੀਪਾਂ ਹਨ। 2 ਵੱਡੇ ਟਰਾਂਸਪੋਰਟ ਵਿਭਾਗ ਹਨ, ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼। ਸਰਕਾਰੀ ਗੱਡੀਆਂ ਦੀ ਕਾਗਜ਼ਾਂ ਵਿੱਚ ਹੀ ਮੁਰੰਮਤ ਹੋ ਜਾਂਦੀ ਹੈ, ਬਿੱਲ ਬਣ ਕੇ ਪਾਸ ਹੋ ਜਾਂਦੇ ਹਨ। ਗੱਡੀਆਂ ਵਿੱਚ ਨਵਾਂ ਸਮਾਨ ਨਹੀਂ ਪੈਂਦਾ। ਬੈਟਰੀ, ਟਾਇਰ, ਮੋਬਲ ਆਇਲ ਅਤੇ ਹੋਰ ਮੁਰੰਮਤ ਅਮਲੀ ਰੂਪ ਵਿੱਚ ਘੱਟ ਅਤੇ ਕਾਗਜ਼ਾਂ ਵਿੱਚ ਵੱਧ ਹੋ ਜਾਂਦੀ ਹੈ। ਬਣਦੇ ਹਿੱਸੇ ਮੁਤਾਬਕ ਪੂਰੀ ਇਮਾਨਦਾਰੀ ਨਾਲ ਵੰਡ ਕੇ ਇਹ ਛਕ ਲਿਆ ਜਾਂਦਾ ਹੈ ਮਾਲ ਮੱਤਾ। ਕਈ ਵਾਰੀ ਤਾਂ ਬੱਸਾਂ ਕਾਗਜ਼ਾਂ ਵਿੱਚ ਹੀ ਖਰੀਦੀਆਂ ਜਾਂਦੀਆਂ ਹਨ, ਕਾਗਜ਼ਾਂ ਵਿੱਚ ਹੀ ਲੇਖੇ ਲੱਗ ਜਾਂਦੀਆਂ ਹਨ, ਭਾਵ ਕਿ ਬਿੱਲ ਬਣ ਜਾਂਦੇ ਨੇ ਨਵੀਂ ਬੱਸ ਖਰੀਦਣ ਦੇ, ਅਤੇ ਬੱਸ ਖਰੀਦੀ ਹੀ ਨਹੀਂ ਜਾਂਦੀ। ਕੋਈ ਪੁਰਾਣੀ ਕੇਸੇਜ ਖਰੀਦ ਕੇ ਉੱਥੇ ਰੱਖ ਲਈ ਜਾਂਦੀ ਹੈ ਅਤੇ ਖੜੀ ਖੜੀ ਕਾਗਜ਼ਾਂ 'ਚ ਹੀ ਉਹ ਪੁਰਾਣੀ ਹੋ ਜਾਂਦੀ ਹੈ ਅਤੇ ਉਹਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਕਾਗਜ਼ਾਂ ਦੇ ਵਿੱਚ ਹੀ। ਇਹ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਬਹੁਤ ਸਾਰੇ ਕੇਸ ਇਹੋ ਜਿਹੇ ਸਾਹਮਣੇ ਆ ਚੁੱਕੇ ਹੋਏ ਨੇ। ਪੁਰਾਣੇ ਡਰਾਈਵਰਾਂ ਨੂੰ ਤਾਂ ਇਸ ਸਰਕਾਰੀ ਨੀਤੀ ਦੀ ਸਮਝ ਆ ਜਾਂਦੀ ਹੈ ਰੋਜ਼ ਦੇ ਤਜਰਬੇ 'ਚੋਂ। ਉਹ ਗੱਡੀ ਨੂੰ ਸੰਭਾਲ ਕੇ ਚਲਾਉਂਦੇ ਨੇ।
क्योंकि उन्होंने पता सरकारी गड्डी तो टुटी फुट्टी आ, मसी जिन्नी की चल गई उन्नी भला। कहते ने एक बारी जोशीला नौजवान नवा ड्राइवर भर्ती होके आ गया। उसने बस विच सवारियां बिठाईयां, गड्डी स्टार्ट की ते फुल रेस दे दी। गड्डी 2-4 किलोमीटर के अंदर ही पुरजा पुरजा होके खिलर गई। नाले ड्राइवर मर गया, नाल ही विच बैठे बंदियां दा भोग पा दिता। बस इसे तरह ही सिख पंथ रूपी गड्डी नूं पलोसिया गया, पुचकारिया गया, पंप मारिया गया। अंदरों खोखली हो चुकी पंथक गड्डी नूं मजबूत किसी ने ना कीता। विद्या नहीं दिती, रुजगार नहीं दिता, गुरबाणी का ज्ञान नहीं दिता, एकता, सहनशीलता, निमरता, परोपकार, ईमानदारी आदिक गुण किसी ने साडे लोकां विच ना भरे। मास्टर तारा सिंह, भाई फतेह सिंह, मोहन सिंह तुड़, जगदेव सिंह तलवंडी, गुरचरण सिंह टौड़ा, प्रकाश सिंह बादल, हरचरण सिंह लौंगोवाल, सुरजीत सिंह बरनाला आदि सिखां दे शांतमई मोर्चे लगवाउंदे रहे। ये जाणदे सन कि पंथक गड्डी किन्नी कुछ दौड़ सकती है, इसनूं हुण तक किन्नी कुछ मजबूती दिती गई है, किन्नी कुछ ओवरहालिंग इसकी हुई है, किन्ना कुछ भार चुकण योगी है। ये पंथ नूं वेच वट के तां खांदे रहे, पर मुढ़ों कदी ना समारिया। धीमी जही चाल चलदी पंथक गड्डी रिड़दी रही। एक जोशीले नौजवान भाई जरनैल सिंह भिंडरांवाले ने पंथक गड्डी दीयां चाबियां बादल टौड़े तो खोह लईआं। गड्डी विच तेल किन्ना है, सर्विस कदों हुई है, किन्नी पुरानी है, टायरां दी की हालत है, किसी गल दी उस भाई ने परवाह ना कीती। जरनैल सिंह मानो चाबियां लैके पंथक गड्डी उसने स्टार्ट कर लई ते फुल रेस दे के सीधी 100 किलोमीटर की स्पीड ते कर दी। गड्डी पुरानी सी, बहुत कमज़ोर सी, लड़खड़ा गई, सीधी पहाड़ यानी कि भारत सरकार नाल जा टकराई। पत्थरां दा तां की बिगड़ना सी, गड्डी दे परख 'च उड़ गए। सारे पुरजे टुट के दूर दूर खिलर गए। गड्डी विच सवार पंथक सवारियां दा घाण हो गया। विचों ही गड्डी दा ड्राइवर भाई जरनैल सिंह राम नाम सत्त हो गया। वीर मेरिओ, इस पंथक मसले नूं मैं जिवें महसूस किया है तुहानूं सुना दिता है। आउण वाले समय विच बहुत सारे लिखारी आपो अपने विचार लिख के तुहाडे तक पहुँचाउणगे। ठीक की है, गलत की है, इसका फैसला आउण वाले समय मगरों होवेगा। तेजी नाल इहदा फैसला नहीं होवेगा। कई सारियां चीज़ां साडे सामने अजे तक नहीं आईयां। हाली सिख दुख दर्द के गहरे सदमे विच हन। सियाणा नीतिवान उस आगू नूं मन्निया जावेगा जो अपने लोगों का घट तो घट नुकसान करवा के वध तो वध प्राप्ति करके देवे। इस घल्लूघारे विच सिखां ने की खटिया है ते की गवाया है, फैसला तुसीं खुद कर सकते हो। सारिਆਂ ਦਾ बहुत बहुत धन्नवाद। सारे वीर भैणां ਉਹ ਤਾਂ बहुत प्रभावित होए ਇਹ सारी गल तो, पर टकसालियां ने मेरे विरुद्ध एक तरह का तूफान खड़ा कर दिता। बड़ियां धमकियां आईयां, कई सारिਆਂ ने आमने सामने आके भी गाली गलोच किया कि तू भाई जरनैल सिंह नूं एक ड्राइवर बना के पेश किया। मैं उन्होंने बथेरा समझाया कि ये एक उदाहरण होंदी है कि ड्राइवर दे नाल वो बस का ड्राइवर, इधर पंथक ड्राइवर, ये उदाहरण देने वास्ते हुंदा है। सच्चाई के तौर पर, असलीयत के तौर पर इस तरह नहीं हुंदा। पर इन्हां भरावां नूं समझ कित्थे आउणी सी ते बहुत लंबे समय तक इन्हां नूं इस गल ते मेरे ते बहुत गुस्सा रहा। भी वीर मेरिओ, हुण तां बहुत कुछ सामने आ चुकिया है। मेरा ख्याल है तुहानूं तां इन्हां गल्लां दा हुण गुस्सा नहीं आवेगा, क्योंकि हुण साडे विचारां दा माध्यम है जिहड़ा सोशल मीडिया के राहीं वो बहुत कुछ स्पष्ट हो चुके है, लोगों तक सही गल्लां पहुँच रही ने। इस करके हुण सोचण दा ढंग है तब्दील होंदा जा रहा है। तुहाडा की विचार है, जरा तुसीं सोचिओ ते अपने अंदर झाती मारिओ। आखो सतनाम।